ਪਹਿਲਾਂ ਆਪਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਚਲਾਂਗ ਟੋਲ ਪਲਾਜ਼ਾ ਤੋਂ ਆਏ ਹਾਂ ਔਰ ਸਾਡੇ ਜਥੇ ਦੀ ਅਗਵਾਈ ਕਰ ਰਹੇ ਭਾਈ ਸਾਹਿਬ ਭਾਈ ਮਨਜੋਤ ਸਿੰਘ ਜੀ, ਜੋ ਕਿ ਗੜ੍ਹਦੀ ਵਾਲੇ ਸਾਡਾ ਇੱਕ ਐਸੋਸੀਏਸ਼ਨ ਚਲਾ ਰਹੇ ਆ, ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ, ਔਰ ਨਾਲ ਹੀ ਆਪਣਾ ਗੁਰੂ ਆਸਰਾ ਆਸ਼ਰਮ ਚਲਾ ਰਹੇ ਆ। ਤੁਸੀਂ ਨੌਜਵਾਨ ਵੀਰੋ ਦੇਖਿਆ ਹੋਵੇਗਾ, ਭਾਜੀ ਮਨਜੋਤ ਹੋਣਾ ਨੇ 30-35 ਮੁੰਡੇ ਗੁੱਜਰਾਂ ਤੋਂ ਛਡਾਏ, ਜਿਹੜੇ ਕਿ ਉਹਨਾਂ ਕੋਲ ਸਾਰੀ ਦਿਹਾੜੀ ਗੋਹਾ ਚੁਕਾਉਂਦੇ ਰਹਿੰਦੇ ਜਾਂ ਕੰਮ ਕਰਾਉਂਦੇ ਰਹਿੰਦੇ ਸੀ। ਨਾਲ ਸਾਡੇ ਜਥੇਦਾਰ ਦਵਿੰਦਰ ਸਿੰਘ ਜੀ, ਜਿਹੜਾ ਚਲਾਂਗ ਟੋਲ ਪਲਾਜ਼ਾ ਆ ਪਠਾਨਕੋਟ ਤੋਂ ਜੰਮੂ ਰੋਡ ਦੇ ਉੱਤੇ। ਤੁਹਾਨੂੰ ਇੱਦਾਂ ਦਾ ਨਹੀਂ ਪਤਾ ਲੱਗਣਾ ਜੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਂ, ਜਿੱਥੇ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਅਸ਼ਵਨੀ ਸ਼ਰਮਾ, ਉਹਦੀ ਅਸੀਂ ਦੌੜ ਲਵਾਈ ਸੀ ਉੱਥੇ। ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਚਲਾਂਗ ਟੋਲ ਪਲਾਜ਼ੇ ਦਾ। ਅਸ਼ਵਨੀ ਸ਼ਰਮਾ ਦੀ ਦੌੜ ਲਵਾਈ ਸੀ ਅਸੀਂ 7:05 ਤੇ ਸ਼ਾਮ ਨੂੰ। ਉਹਨਾਂ ਦਾ ਘਰਾਓ ਕੀਤਾ ਸੀ ਜਲੰਧਰ ਦੇ ਵਿੱਚ। ਸਾਡੀਆਂ ਕਿਸਾਨ ਜਥੇਬੰਦੀਆਂ ਨੇ ਕਈ ਬੁਲਾਰੇ ਕਹਿ ਕੇ ਗਏ ਆ, 30 ਆ, 35 ਆ, 15 ਆ, 17 ਆ, ਇਹ ਤਾਂ 1.25 ਲੱਖ ਹੀ ਬਹੁਤ ਆ। ਪਰ ਹੁਣ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਇੰਨੀ ਕਿਰਪਾ ਵੀ 30 ਜਥੇਬੰਦੀਆਂ ਤਾਂ ਇਕੱਠੀਆਂ ਹੋਈਆਂ, ਔਰ 30 ਜਥੇਬੰਦੀਆਂ ਇਕੱਠੀਆਂ ਹੋਣ ਦੇ ਨਾਲ ਜਿੰਨੇ ਤੁਹਾਡੇ ਪੋਲੀਟੀਕਲ ਆਗੂ ਆ ਉਹ ਤੁਹਾਡੇ ਸਾਹਮਣੇ ਬਹਿੰਦੇ ਆ। ਨਾ ਤੁਸੀਂ ਉਹਨਾਂ ਨੂੰ ਸਟੇਜ 'ਤੇ ਟਾਈਮ ਦਿੰਦੇ ਆ ਔਰ ਨਾ ਬੋਲਣ ਦਾ ਮੌਕਾ ਦਿੰਦੇ। ਕਿਉਂ ਕਿ ਅੱਜ 30 ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਕਿਸਾਨ ਇਕੱਠੇ ਹੋ ਗਏ ਆ। ਮੈਂ ਜ਼ਿਆਦਾ ਵਿਸਥਾਰ ਦੇ ਵਿੱਚ ਨਹੀਂ ਦੱਸੂਗਾ, ਟਾਈਮ ਤਾਂ ਬਹੁਤ ਚਾਹੀਦਾ। ਲੇਕਿਨ ਕੱਲ੍ਹ ਦੀ ਜਿਹੜੀ ਖਬਰ ਚੱਲ ਰਹੀ ਆ, ਆਰਮੀ ਦੀ ਅੱਧੀ ਪੈਨਸ਼ਨ ਕੱਟ ਦਿੱਤੀ ਗਈ ਆ ਇਹ ਮੋਦੀ ਸਰਕਾਰ ਨੇ ਤੁਹਾਡੇ ਤੋਂ ਬਾਅਦ। ਔਰ ਮੈਂ ਆਪਣੇ ਜਿੰਨੇ ਵੀ ਕਰਮਚਾਰੀ ਵੀਰ ਆ, ਪੁਲਿਸ ਵਾਲੇ ਆ, ਆਰਮੀ ਵਾਲੇ ਆ, ਇਹਨਾਂ ਨੂੰ ਵੀ ਇਹੀ ਸੰਦੇਸ਼ ਦਊਂਗਾ ਵੀ ਤੁਸੀਂ ਵੀ ਹਥਿਆਰਬੰਦ ਹੋ ਜਾਓ। ਤੁਹਾਡਾ ਵੀ ਨੰਬਰ ਲੱਗਣ ਲੱਗਾ ਆ, ਛੇਤੀ ਮੋਦੀ ਸਰਕਾਰ ਨੇ ਤੁਹਾਡਾ ਵੀ ਨੰਬਰ ਲਾ ਦੇਣਾ। ਤੁਸੀਂ ਵੀ ਸੁਧਰ ਜਾਓ। ਇਹ ਆਰਮੀ ਵਾਲੇ ਜਿੱਦਾਂ ਇੱਥੇ ਗੱਲਾਂ ਚੱਲੀਆਂ, ਸੰਤਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, ਸੰਤ ਪਿੰਡਰਾਂ ਵਾਲਿਆਂ ਨੇ। ਇਹ ਸਾਡੇ ਮੁੰਡੇ ਉਦੋਂ ਵੀ ਕਹਿੰਦੇ ਹੁੰਦੇ ਸੀ ਕਿ ਅਸੀਂ ਵੀ ਦੇਖਿਆ ਉਹ ਮਾੜਾ ਮੋਟਾ ਟਾਈਮ ਵੀ ਸਾਡੇ ਕੋਲ ਹਥਿਆਰ ਹੈ ਨਹੀਂ। ਇਹ ਸਾਡੇ ਹਥਿਆਰ ਹੀ ਆ। ਸਾਡੀ ਆਰਮੀ, ਸਾਡੀ ਸਿੱਖ ਰੈਜੀਮੈਂਟ, ਸਾਡੀ ਪੰਜਾਬ ਪੁਲਿਸ, ਇਹ ਸਾਡੇ ਹਥਿਆਰ ਹੀ ਆ। ਸਾਨੂੰ ਹਥਿਆਰਾਂ ਦੀ ਕੋਈ ਲੋੜ ਨਹੀਂ, ਸਾਡੇ ਜਜ਼ਬੇ ਦੀ ਲੋੜ ਆ। ਸੋ ਮੈਂ ਗੱਲਾਂ ਤਾਂ ਬਹੁਤ ਕਰਨੀਆਂ, ਮੈਂ ਇਹੀ ਕਹੂੰਗਾ ਵੀ ਸ਼ੰਭੂ ਮੋਰਚੇ ਦੇ ਵਿੱਚ ਜਿੰਨੇ ਵੀ ਵੀਰ ਆਏ ਆ, ਉਹਨਾਂ ਵੱਲੋਂ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ। ਮੈਂ ਵੀ ਇੱਥੋਂ ਧੰਨਵਾਦ ਕਰਦਾ। ਭਾਜੀ ਉਹਨਾਂ ਨੇ ਮੈਨੂੰ 5 ਮਿੰਟ ਦਿੱਤੇ ਆ, 5 ਮਿੰਟ ਦੇ ਵਿੱਚ ਹੀ ਆਪਾਂ ਆਪਣੀ ਜਿੰਨੀ ਵੀ ਸਪੀਚ ਹੈਗੀ ਆ ਨਿਬੇੜ ਦੇਣੀ। ਮੈਂ ਹੁਣ 2 ਜਾਂ 4 ਨਾਅਰੇ ਲਾਉਂਗਾ। ਇਸ ਮੋਦੀ ਜਿਹੜਾ ਟੁਕੜਬੋਚ ਆ, ਅੰਬਾਨੀਆਂ ਅਡਵਾਨੀਆਂ ਦੀਆਂ ਲਾਲਾਂ ਚੱਟਣ ਵਾਲਾ ਮੋਦੀ ਆ, ਉਹਦੇ ਬਰਖਲਾਫ ਆਪਾਂ ਨਾਅਰੇ ਲਾਉਣੇ ਆ, ਆਪਣੇ ਹੱਕ ਦੇ ਵਿੱਚ ਨਾਅਰੇ ਲਾਉਣੇ ਆ। ਇਸ ਮੋਦੀ ਟੁਕੜਬੋਚ ਨੇ, ਇਸ ਮੋਦੀ ਜਿਹੜਾ RSS ਦਾ ਦੱਲਾ ਆ ਔਰ ਅੰਬਾਨੀਆਂ ਅਡਵਾਨੀਆਂ ਦੀਆਂ ਲਾਲਾਂ ਚੱਟਦਾ ਆ, ਉਹਨੇ ਇੱਕ ਕਰੋਨਾ ਦਾ, ਠੀਕ ਆ ਅਸੀਂ ਮੰਨਦੇ ਕਰੋਨਾ ਸੀ, ਕਰੋਨਾ ਦੀ ਆੜ ਦੇ ਵਿੱਚ ਜਿਹੜੇ 3 ਆਰਡੀਨੈਂਸ ਲਾਗੂ ਕੀਤੇ ਆ, ਉਹਨਾਂ ਆਰਡੀਨੈਂਸਾਂ ਦਾ ਮੈਂ ਇੱਥੇ ਹੀ ਤੁਹਾਨੂੰ ਦੱਸ ਦਿੰਦਾ ਵੀ ਕੀ ਵਿਰੋਧ ਆ ਕੀ। ਔਰ ਜੇ ਕਰੋਨਾ ਹੈ, ਮੈਂ ਇੱਥੇ ਜਿੰਨੇ ਸਾਰੇ ਬੈਠੇ ਆ ਖੜੇ ਆ ਵੀਰ ਮੇਰੇ, ਇੱਧਰ ਤਾਂ ਕੋਈ ਹੈ ਨਹੀਂ, ਇੱਧਰ ਹੀ ਖੜੇ ਆ। ਮੈਂ 2-4 ਨਾਅਰੇ ਲਾਉਂਗਾ, ਉੱਥੋਂ ਹੀ ਕਰੋਨਾ ਦਾ ਪਤਾ ਲੱਗ ਜਾਂਦਾ। ਮੈਨੂੰ ਵੀ ਬੜਾ ਦੁੱਖ ਆ ਵੀ ਮੇਰੇ ਕਿਸਾਨ ਵੀਰ ਇੱਥੇ ਬੈਠੇ ਆ, ਕਿਤੇ ਕੋਈ ਕਰੋਨਾ ਦਾ ਤਾਂ ਨਹੀਂ ਸ਼ਿਕਾਰ। ਮੈਂ ਨਾਅਰੇ ਲਾਉਂਗਾ, ਜਿਹਨੇ ਦਾ ਦੋਨੋਂ ਬਾਹਾਂ ਖੜੀਆਂ ਕਰ ਲਈਆਂ ਉਹਦਾ ਤੰਦਰੁਸਤ ਆ 100%। ਜਿਹਦੀ ਇੱਕ ਬਾਂਹ ਖੜੀ ਹੋਈ ਇਹਦਾ ਮਤਲਬ ਵੀ ਉਹਦੇ ਤੇ ਕਰੋਨਾ ਦਾ ਅਟੈਕ ਹੋ ਗਿਆ। ਮੋਦੀ ਸਰਕਾਰ ਮਰਦਾਬਾਦ, ਮੋਦੀ ਸਰਕਾਰ ਮਰਦਾਬਾਦ, RSS ਸਰਕਾਰ ਮਰਦਾਬਾਦ, ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜ਼ਿੰਦਾਬਾਦ। ਬੜਾ ਮਨ ਖੁਸ਼ ਹੋਇਆ। ਮੇਰੇ ਜਿੰਨੇ ਵੀ ਕਿਸਾਨ ਭਰਾ ਇੱਥੇ ਬੈਠੇ ਆ, ਜਿੰਨੇ ਵੀ ਮੇਰੇ ਵੀਰ ਬੈਠੇ ਆ, ਬੜੇ ਤੰਦਰੁਸਤ ਆ, ਲੰਗਰ ਛਕਦੇ ਆ ਔਰ ਤੰਦਰੁਸਤੀ ਦਾ ਸਬੂਤ ਦਿੱਤਾ। ਮੈਂ ਇਹਨਾਂ ਹੀ ਸ਼ਬਦਾਂ ਦੇ ਨਾਲ ਆਪਾਂ ਇੱਥੇ ਮੈਂ ਆਪਣੇ ਵਿਚਾਰ ਸਮੇਟਦਾ। ਜੇ ਕਿਸੇ ਦੀ ਸ਼ਾਨ ਦੇ ਖਿਲਾਫ ਵੱਧ ਘੱਟ ਬੋਲਿਆ ਗਿਆ ਹੋਵੇ, ਮਾਫੀ ਦਾ ਜਾਚਕ ਆ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बहुत ही सत्कारयोग उस धरती ते बैठे हाँ। आने वाले इतिहास दे विच जिहदा बहुत वड्डा एक नाम ते एक इतिहास होऊगा। शंभू मोर्चे ते जिन्ने भी नौजवान वीर, मेरियां भैणां, बजुर्ग वीर बैठे ने, आगू साहिबान, सब तो पहला करो फतेह प्रवान। वाहिगुरू जी का खालसा, वाहिगुरू जी की फतेह। ਇਹ ਇੱਥੇ ਆਉਣਾ ਸਾਡਾ ਬਹੁਤ ਇੱਕ ਜ਼ਰੂਰੀ ਬਣ ਗਿਆ ਸਾਰੇ ਪੰਜਾਬ ਦਾ। ਅਸੀਂ ਇਹ ਮੈਸੇਜ ਇੱਥੋਂ ਜਿਹੜਾ ਦੇਣਾ, ਕਿਉਂਕਿ ਸਾਡੀ ਪੱਗ ਨੂੰ ਹੱਥ ਪੈ ਚੁੱਕਿਆ। ਜਿਹੜੀ ਦਿੱਲੀ ਆ ਇਹ ਪਹਿਲਾਂ ਤੋਂ ਸਾਡੇ ਖਿਲਾਫ ਆ, ਕੋਈ ਅੱਜ ਦੀ ਨਹੀਂ। ਇਹਨਾਂ ਨੂੰ ਗੋਰੇ ਦੱਸ ਕੇ ਤਾਂ ਗਏ ਸੀ ਜਿਹੜੀ ਇਹ ਕੌਮ ਆ ਸਭ ਤੋਂ ਘੱਟ ਸਮਾਂ ਗੁਲਾਮ ਆਪਾਂ ਰਹੇ ਆ। ਗੋਰਿਆਂ ਨੇ ਇਹਨਾਂ ਨੂੰ ਇਹ ਦੱਸਿਆ ਸੀ ਤੇ ਇਹ ਦਿੱਲੀ ਉਸ ਚੀਜ਼ ਨੂੰ ਆਪਦੇ ਮਨ ਵਿੱਚ ਵਸਾਈ ਬੈਠੀ ਆ ਕਿ ਇਹਨਾਂ ਨੂੰ ਕਿਵੇਂ ਖਤਮ ਕਰਨਾ। ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਬੋਲੇ, ਜਥੇਬੰਦੀਆਂ ਬਣ ਗਈਆਂ, ਸਾਰਾ ਕੁਛ ਆਓ ਆਪਣੀਆਂ ਹੀ ਨਾ, ਆਪਣੇ ਸਾਰੇ ਵੀਰ ਆ, ਪਰ ਆਪਾਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪੈਣਾ। ਉਹ ਮੰਚ ਆਪਾਂ ਦੇਖਣਾ ਵੀ ਉਹ ਮੰਚ ਕਿੱਥੇ ਆ, ਕਿਉਂਕਿ ਉਹਨਾਂ ਨੇ ਏਜੰਸੀਆਂ ਪਾੜਨਾ, ਸਾਨੂੰ ਬਹੁਤ ਕੁਛ ਕਰਨਾ। ਕਿਉਂਕਿ ਇਹ ਜੋ ਸੰਘਰਸ਼ ਆ ਇਹ ਦਿਨੋਂ ਦਿਨ ਲੰਬਾ ਹੁੰਦਾ ਜਾ ਰਿਹਾ। ਉਹ ਸਾਨੂੰ ਜਿਵੇਂ ਟੀਕੇ ਲਾ ਲਾ ਕੇ ਚੈੱਕ ਕਰਦੇ ਨੇ ਵੀ ਇਹ ਕਿੱਥੇ ਕੀ ਬੋਲਦੇ ਆ। ਸੋ ਵੀਰੋ, ਇੱਕੋ ਹੀ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਸਾਡੇ ਵੀਰ ਨੇ, ਉਹ ਸ਼ਹਿਰਾਂ ਵਾਲੇ ਵੀਰਾਂ ਨੂੰ ਜਾ ਕੇ, ਜਿਹੜੇ ਦੁਕਾਨਦਾਰ ਵੀਰ ਆ ਸਾਡੇ, ਉਹਨਾਂ ਨੂੰ ਬੇਨਤੀਆਂ ਕਰੀਏ। ਕਿਉਂਕਿ ਅਸੀਂ ਕਾਫੀ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਤੁਸੀਂ ਵੀ ਕਰਦੇ ਹੋਵੋਗੇ। ਉਹ ਕਹਿੰਦੇ ਅਸੀਂ ਤਾਂ ਖੇਤੀ ਨਹੀਂ ਕਰਦੇ। ਉਹਨਾਂ ਨੂੰ ਇਹ ਸਮਝਾਓ ਵੀ ਹੱਟੀਆਂ ਭੱਠੀਆਂ ਕੁਛ ਨਹੀਂ ਚੱਲਣਾ, ਕਿਉਂਕਿ ਜੇ ਖਤਮ ਹੋਣਾ, ਜੇ ਜ਼ਿਮੀਂਦਾਰ, ਸਾਡੀ ਕਿਸਾਨੀ ਖਤਮ ਹੋ ਗਈ, ਕੋਈ ਵਿਆਹ ਨਹੀਂ ਹੋਣੇ, ਕੋਈ ਕੱਪੜੇ ਵਾਲੀਆਂ ਦੁਕਾਨਾਂ, ਇੱਥੋਂ ਤੱਕ ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਮੋਟਰਾਂ ਬੰਨ੍ਹਣ ਵਾਲੇ ਵੀਰ ਵੀ ਨੇ ਨਾ, ਨਿੱਕੇ ਨਿੱਕੇ ਇਲੈਕਟ੍ਰੀਸ਼ੀਅਨ ਵੀਰ ਬੈਠੇ ਆ, ਉਹਨਾਂ ਨੇ ਵੀ ਖਤਮ ਹੋ ਜਾਣਾ। ਕਿ ਕਾਰਪੋਰੇਟ ਅਦਾਰਿਆਂ ਨੇ ਆ ਜਾਣਾ, ਇਹਨਾਂ ਦੀਆਂ ਆਪਦੀਆਂ ਮਸ਼ੀਨਰੀਆਂ, ਆਪਦੀਆਂ ਗੱਡੀਆਂ, ਆਪਦਾ ਸਾਰਾ ਕੁਝ ਹੋਣਾ। ਸੋ ਇੱਥੇ ਆਉਣਾ ਸਾਡਾ ਫਰਜ਼ ਆ ਹਰ ਇੱਕ ਪੰਜਾਬੀ ਦਾ ਕਿ ਅਸੀਂ ਪ੍ਰਬੰਧਕ ਸਾਹਿਬਾਨਾਂ ਦੇ ਨਾਲ ਟਾਈਮ ਮਿਲਾ ਕੇ ਇੱਥੇ ਆਈਏ, ਕਿਉਂਕਿ ਇਤਿਹਾਸ ਦੇ ਵਿੱਚ ਇਹ ਮੋਰਚੇ ਦਾ ਇੱਕ ਬਹੁਤ ਵੱਡਾ ਨਾਮ ਲਿਖਿਆ ਜਾਣਾ। ਤੇ ਕਿਤੇ ਇਹ ਨਾ ਹੋਵੇ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਪੁੱਛਣ ਵੀ ਜਦੋਂ ਸ਼ੰਭੂ ਮੋਰਚਾ ਲੱਗਿਆ ਸੀ ਤਾਂ ਤੁਸੀਂ ਕਿੱਥੇ ਸੀ। ਸਾਡਾ ਇੱਥੇ ਆਉਣਾ ਫਰਜ਼ ਆ। ਮੈਂ ਢੀਂਡਸਾ ਸਾਹਿਬ ਦਾ ਧੰਨਵਾਦ ਕਰਦਾ ਜਿਹੜੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਕੇ ਇੱਥੇ ਲੈ ਕੇ ਆਏ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਅੱਗੇ ਤੋਂ ਵੀ ਅਸੀਂ ਇੱਥੇ ਆਉਂਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग मेरे वीर ते बजुर्ग, ये जड़ा मोर्चा ये अपनी कल्ले कल्ले पर नाल या कल्ले कल्ले खम नाल जुड़ के एक मोर्चा बनता। आपां सब तो पहला फतेह बुलाइए, वाहेगुरु जी का खालसा, वाहेगुरु जी की फतेह। सो कई तो मैं उरे तकरीबन अज 7वीं वारी आया, क्योंकि 2005वें महीने की 24 तरीक को मेरा एक हादसा होया, एक्सीडेंट होया। उस हादसे दे विच मैनूं 2 महीने के करीब बेहोश भी रहना पिया। पर जिस दिन ते यह अपनी प्रथा तुरी है जी, पंजाब की एक होंद का बहुत ज़्यादा बड़ा घाण होने लग्या। मैं तकरीबन हर एक जब सोझी आ गई, सोझी तो हौली हौली संभलदा संभलदा जिस दिन मैं पहले दिन उरे आया, मैनू बंदे ने फड़ के लिया, बोलिया नहीं, मैं कुछ नहीं कराया, सिर्फ उरे देख के संगत के दर्शन करके काका जी साडे दीप सिद्धू जी जेड़े बहुत वधिया, जिन्हां दी मैनू विचार लगे यार, बहुत वधिया उन्हां दी होंद लगी। बहुत साल पहला तकरीबन मैनू 45 साल का अनुमान है भी मैं 45 साल ते पार्टियां नाल जुड़िया, पार्टियां भी सेवा भी करी है। ज़्यादातर जिथे भी इच्छा मिलनी, जिस तरह एक बारी किसान यूनियन का जिहड़ा धरना
ਸਭ ਤੋਂ ਬੜਾ ਧਰਨਾ ਚੰਡੀਗੜ੍ਹ 'ਚ ਲੱਗਿਆ। ਉਸ ਧਰਨੇ ਦੇ ਵਿੱਚ ਬੜਾ ਮਨ, ਮੈਂ ਸੇਵਾ ਕਰਦਾ ਰਿਹਾ ਉੱਥੇ 3 ਦਿਨ, ਬੜਾ ਮਨ ਹੌਸਲਾ ਹੋਇਆ ਵੀ ਲੈ ਵੀ ਉਸੇ ਤਰ੍ਹਾਂ ਦਿਮਾਗ ਦੇ ਵਿੱਚ ਉਹੀ ਕਹਾਣੀ ਹੈ ਜਿਹੜੀ ਆਪਣੀ ਇੱਕ ਸਨ 47 'ਚ ਹੋਈ ਹੈ। ਸਾਡੇ ਦੇਸ਼ ਦੀ ਵੰਡ ਹੋਈ ਹੈ। ਉਹ ਵੰਡ ਦੇ ਮੁਤਾਬਕ ਅਸੀਂ ਵੰਡ ਨਹੀਂ ਉਹਨੂੰ ਕਹਿੰਦੇ, ਉਸ ਟਾਈਮ ਆਜ਼ਾਦੀ ਕਹਿੰਦੇ ਵੀ ਆਜ਼ਾਦੀ ਮਿਲੀ, ਸਾਨੂੰ ਆਜ਼ਾਦੀ ਮਿਲੀ। ਪਰ ਵੀਰੋ 45 ਸਾਲ ਦੇ ਤਜਰਬੇ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਹੈ, ਇੱਕ ਪੰਜਾਬ ਜਿਹੜਾ ਹਾਥੀ ਦੇ ਸਵਾਰ ਚੱਲਿਆ, ਹਾਥੀ ਦਾ ਸੁਪਨਾ ਲੈ ਕੇ ਚੱਲਿਆ, ਹਾਥੀ ਹੀ ਚੱਲਿਆ। ਹਿੰਦੁਸਤਾਨ ਦੇ ਵਿੱਚ ਜਦ ਪਹਿਲਾ ਇਕੱਠਾ ਹਿੰਦੁਸਤਾਨ था, ਜੇ ਕੋਈ ਵਧੀਆ ਸ਼ਾਂਤੀ, ਜੇ ਕੋਈ ਵਧੀਆ ਸ਼ੌਕਤ ਤੀ, ਜੇ ਕੋਈ ਵਧੀਆ ਮਾਨਤਾ ਤੀ, ਤਾਂ ਉਹ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਜਿਹੜੀ ਫੌਜ ਹੈ ਪੰਜਾਬ ਦੀ, ਇਹਦੇ ਪਰ ਮਾਨਤਾ। ਪੰਜਾਬ ਦਾ ਹਰ ਇੱਕ ਸੂਬੇ ਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਨਾਂ ਤਾਂ ਮਾਨਤਾ ਇੱਕ ਬੜੇ ਉਸ ਤੇ ਤੁਰਿਆ ਹੈ। ਇਹ ਜਦ ਤੇ ਆਜ਼ਾਦੀ ਮਿਲਦੀ ਚਲੀ ਗਈ, ਆਜ਼ਾਦੀ 'ਚ ਵੀ ਘਟਿਆ। ਪਹਿਲੇ ਝੱਟ ਆਪਣੇ ਪਰ ਜਿਹੜਾ ਆਜ਼ਾਦੀ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਆਪਣਾ ਕੁਛ ਹਿੱਸਾ ਪਾਕਿਸਤਾਨ ਚਲਿਆ ਗਿਆ, ਕੁਛ ਹਿੱਸਾ ਥੋੜ੍ਹਾ ਜਿਹਾ ਰਾਜਾਂ 'ਚ ਕਰਤਾ ਇਹਨਾਂ ਨੇ। ਉਸ ਤੋਂ ਘਟਦਾ 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 ਸਾਡਾ ਬਿਲਕੁਲ ਹੁਣ ਇੱਕ ਮੁਰਗੇ ਦੇ ਮੁਤਾਬਕ ਹੋ ਗਿਆ। ਮੈਂ ਜਿਹੜਾ ਮੇਰਾ ਮਨ ਮੰਨਦਾ, ਉਹਦੇ ਵਿੱਚ ਤੇ ਵੀ ਆਪਣੇ ਖੰਭ ਜਿਹੜੇ ਆ ਨਿਖਰਦੇ ਜਾ ਰਹੇ हैं। ਕਿਉਂ ਕਿ ਉਰੇ ਦਾ ਸਿਸਟਮ, ਉਰੇ ਦੀ ਜਿਹੜੀ ਰਾਜਨੀਤੀ ਹੈ, ਇਸ ਰਾਜਨੀਤੀ ਨੇ ਅੰਗਰੇਜ਼ਾਂ ਤੇ ਕੁਝ ਸਿੱਖਿਆ। ਇਹਨਾਂ ਲੋਕਾਂ ਨੇ ਅੰਗਰੇਜ਼ਾਂ ਤੇ ਕੁਝ ਸਿੱਖਿਆ। ਆਪਾਂ ਸੁਣਦੇ ਵੀ ਹੈ, ਤੁਹਾਡੇ ਵਰਗੇ ਬਜ਼ੁਰਗ ਜਿਹੜੇ ਦੱਸਦੇ ਹੈ ਵੀ ਉਹ ਇੱਕ ਇਹਨਾਂ ਨੂੰ ਜਾਂਦੇ ਸਮਝਾ ਕੇ ਸੀ, ਇੱਕ ਅਨੁਮਾਨ ਲਾ ਲਓ ਚਾਹੇ ਸੱਚ ਲਾ ਲਓ, ਵੀ ਇਹਨਾਂ ਦੀ ਨੀਤੀ ਜਿਹੜੀ ਹੈ ਪਾੜੋ ਤੇ ਰਾਜ ਕਰੋ, ਪਾੜੋ ਤੇ ਰਾਜ ਕਰੋ। ਨੀਤੀ ਦੇ ਵਿੱਚ ਇਹੀ ਜਿਹੀ ਨੀਤੀ ਸਾਡੇ ਪੱਲੇ ਪੈ ਗਈ, ਇਹੀ ਜਿਹੀਆਂ ਪਾਰਟੀਆਂ ਸਾਨੂੰ ਦਾ ਮਾਣ ਮਿਲ ਗਿਆ, ਭਾਵੇਂ ਉਹ ਕਿਸੇ ਅਕਾਲੀ ਦਲ ਨਾਲ ਸੰਬੰਧਿਤ ਹੈ, ਚਾਹੇ ਉਹ ਕਿਸੇ ਕਾਂਗਰਸ ਨਾਲ ਸੰਬੰਧਿਤ ਹੈ, ਚਾਹੇ ਉਹ ਬੀਜੇਪੀ ਨਾਲ ਸੰਬੰਧਿਤ ਹੈ। ਪਰ ਇਹਨਾਂ ਦੇ ਵਿੱਚ ਰਾਜਨੀਤੀ ਬਿਲਕੁਲ ਅੰਦਰੇ ਅੰਦਰ ਇਹਨਾਂ ਦੇ ਵਿੱਚ ਚੁਣੌਤੀ ਕਰਦੀ ਚਲੀ ਗਈ। ਭਰਾਵੋ, ਜਿਹੜਾ ਸਾਡਾ ਉਸ ਸਮੇਂ ਦੇ ਜ਼ਿਮੀਂਦਾਰ ਸੀ, ਉਹ ਵੀ ਉਹ ਮੁਰਗੇ ਦੇ ਔਰ ਹਾਥੀ ਦੇ ਸਵਾਰ ਦੇ ਤਰ੍ਹਾਂ ਹੀ ਚੱਲਦਾ ਚਲੇ ਗਿਆ। ਜਿਹੜੇ ਬੰਦਿਆਂ ਕੋਲ 5-500 ਵਿਗੇ 5-500 ਕਿੱਲਾ ਜ਼ਮੀਨ ਦਾ ਤਾਂ ਅੱਜ ਉਹ 5-5 7-7 ਕਿੱਲਿਆਂ ਪਰ ਆ ਗਿਆ। ਜਿਹੜਾ 500 ਵਿਗਿਆ ਦਾ ਉਹ ਵਿਗਿਆਂ ਪਰੇ ਆ ਗਿਆ। ਹੁਣ ਸੈਂਕੜੇ ਸੁੰਕੜੇ ਖਤਮ ਹੋ ਗਏ। ਸਵਾਲ ਆਪਾਂ ਨੂੰ ਖੋਰਾ ਲੱਗਦਾ ਚੱਲਿਆ ਸਿਰੇ ਦੇ ਸਿਰੇ ਤੱਕ। ਬੀਬੀ ਪਹਿਲਾਂ ਜਵਾਹਰ ਲਾਲ ਜੀ ਨੇ ਰਾਜ ਕਰਿਆ ਪ੍ਰਧਾਨ ਮੰਤਰੀ, ਉਸ ਤੋਂ ਮਗਰੋਂ ਇੰਦਰਾ ਗਾਂਧੀ ਨੇ, ਬੀਬੀ ਜੀ ਨੇ ਕਰਿਆ। ਇੰਦਰਾ ਗਾਂਧੀ ਨੇ ਉਹ ਨੁਕਸਾਨ, ਉਹ ਟਿਕਾਣੇ ਆਪਣੇ ਹਲਾਏ ਜਿੱਥੇ ਅਸੀਂ ਆਪਣਾ ਇੱਕ ਪਰਿਵਾਰ ਵੀ ਨਹੀਂ ਰਿਹਾ। ਤੁਹਾਨੂੰ ਯਾਦ ਹੋਣਾ ਕਿ ਭੈਣ ਔਰ ਭਾਈ ਦਾ ਰਿਸ਼ਤੇ ਵਿੱਚ ਫਰਕ ਪਾ ਦਿੱਤਾ। ਇੱਕ ਵਾਰੀ ਸਾਡੇ ਕੋਲੋਂ ਜ਼ਮੀਨਾਂ ਦੀ ਜਿਹੜੀ ਆ ਵਿਰਾਸਤ ਖੋਈ ਗਈ ਸੀ ਵੀ 18 ਕਿੱਲੇ ਜਾਂ 20 ਕਿੱਲਿਆਂ ਤੋਂ ਫालतू ਜ਼ਮੀਨ ਨਹੀਂ ਰਹਿੰਦੀ। ਥੋੜਾ ਥੋੜਾ ਮਤਲਬ ਦੇਖਦੇ 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 45 ਸਾਲ ਤੇ ਮੈਂ ਹਰ ਇੱਕ ਬੰਦੇ ਨਾਲ ਸੰਬੰਧਿਤ ਰਿਹਾ ਮੌਕਾ ਮਿਲਣ ਦੇ, ਪਰ ਮੇਰਾ ਹਰ ਇੱਕ ਥਾਂ ਮੇਰਾ ਮਨ ਟੁੱਟਦਾ ਹੀ ਰਿਹਾ। ਜਦ ਕੋਈ ਨਵੀਂ 5-4 ਸਾਲ ਬਾਅਦ ਕੋਈ ਫੈਸਲਾ ਆਉਣਾ ਜਾਂ ਕੋਈ ਨਵੀਂ ਗੱਲ ਆਉਣੀ, ਉਸ ਗੱਲ ਤੇ ਫਿਰ ਮੈਂ ਕਹਿਣਾ ਵੀ ਲੈ ਵੀ ਇੱਕ ਵਾਰੀ ਫੇਰ ਲੱਗੂ ਆਪਣੇ। ਕਈ ਵਾਰੀ ਅਸੀਂ ਇਕੱਠੇ ਹੋ ਜਾਣਾ, ਕਿਸਾਨ ਯੂਨੀਅਨ ਨੇ ਇਕੱਠੀ ਹੋ ਜਾਣਾ ਜਾਂ ਫਿਰ ਹੋਰ ਪਰਿਵਾਰਾਂ ਨੇ ਇਕੱਠੇ ਹੋ ਜਾਣਾ। ਚਲੋ ਰਾਜਨੀਤੀਆਂ ਨੇ ਇਹਨਾਂ ਨੂੰ ਵਡਿਆ ਕੇ ਆਪਣੀ ਗੋਦੀ ਵਿੱਚ ਲੈ ਲੈਣਾ, ਜਿਹੜਾ ਸਾਡਾ ਹੈ ਉਸੇ ਤਰ੍ਹਾਂ ਟਿਕਾ ਕੇ ਸਮਝਾ ਕੇ ਉਹਨੂੰ ਤੋੜ ਮਰੋੜ ਕੇ ਫਿਰ ਪੇਸ਼ ਕਰ ਦੇਣਾ। ਪਰ ਆਪਣੇ ਕੋਲ ਕੁਛ ਵੀ ਨਹੀਂ ਰਿਹਾ। ਅੱਜ ਜਿਹੜਾ ਅੱਜ ਦਾ ਸਮਾਂ, ਨਾ ਸਾਡੇ ਕੋਲ ਸਕੂਲ ਰਹੇ, ਨਾ ਸਾਡੇ ਕੋਲ ਸੜਕਾਂ ਰਹੀਆਂ, ਨਾ ਸਾਡੇ ਕੋਲ ਰੇਲਵੇ ਰਿਹਾ, ਨਾ ਸਾਡੇ ਕੋਲ ਬਿਜਲੀ ਰਿਹਾ। ਬਿਜਲੀ ਬੋਰਡ ਜਿਹੜੇ ਆ ਸਾਰੇ ਵੀ ਪ੍ਰਾਈਵੇਟ ਹੈ। ਸਾਡੇ ਕੋਲ ਕੁਛ ਵੀ ਨਹੀਂ ਰਹਿ ਗਿਆ
ਜੇ ਕਿਤੇ ਸਾਡੇ ਖੜਨ ਨੂੰ ਜਾਂ ਤੁਰਨ ਨੂੰ ਜਾਂ ਕਿਤੇ ਅਸੀਂ ਖੇਤ ਵਿੱਚ ਘੁੰਮਣ ਨੂੰ ਸਾਡੇ ਕੋਲ ਥੋੜੀ ਥੋੜੀ ਜਾਇਦਾਦਾਂ ਜ਼ਮੀਨਾਂ ਜਿਹੜੀਆਂ ਰਹਿ ਗਈਆਂ, ਉਹ ਆ ਕੇ ਪਹਿਲਾਂ ਅਸੀਂ ਕਾਂਗਰਸ ਨੂੰ ਨਿੰਦੇ ਰਹੇ ਵੀ ਸਾਡਾ ਜਿੰਨਾ ਨੁਕਸਾਨ ਕਰਿਆ ਕਾਂਗਰਸ ਨੇ ਕਰਿਆ, ਜਿੰਨਾ ਸਾਡੇ ਪਰ ਅੱਜ ਤੱਕ ਧੱਬਾ ਲਾਇਆ ਕਾਂਗਰਸ ਨੇ ਲਾਇਆ, ਜੋ ਦੌ ਲਾਇਆ ਕਾਂਗਰਸ ਨੇ ਲਾਇਆ। ਭਰਾਵੋ ਕਾਂਗਰਸ ਵਿੱਚ ਤੇ ਨਿਕਲ ਕੇ ਬੰਦੇ ਇਹਦੇ ਵਿੱਚ ਸ਼ਾਮਲ ਹੋਏ, ਬੀਜੇਪੀ ਦਾ ਔਕਾਰ ਬਣ ਗਿਆ। ਉਹਨੂੰ ਬੀਜੇਪੀ ਨੂੰ ਪਾਲਣ ਵਾਲਾ, ਬੀਜੇਪੀ ਨੂੰ ਤੋੜਨ ਵਾਲਾ ਪੰਜਾਬ ਹੀ ਹੈ। ਇਹਨਾਂ ਸਭ ਤੋਂ ਪਹਿਲਾਂ ਮੁੱਢ ਪੰਜਾਬ 'ਚੋਂ ਹੀ ਤੁਰਿਆ। ਜਿਸ ਤਰ੍ਹਾਂ ਹੁਣ ਐਮਪੀ ਜਿਹੜੇ ਆ ਪੰਜਾਬ 'ਚੋਂ ਹੀ ਹੋਏ ਆ, ਝਾੜੂ ਵਾਲੇ ਇਹਦੇ ਆਪ ਦੇ, ਤਾਂ ਆਪਾਂ ਨੂੰ ਹਮੇਸ਼ਾ ਦਿੱਲੀ ਨੇ ਹਮੇਸ਼ਾ ਹੀ ਲੁੱਟਿਆ। ਮੇਰਾ ਆਉਣ ਦਾ ਕਾਰਨ ਕਿ ਮੈਂ ਵੀ ਉਜੜਿਆ ਉਖੜਿਆ ਵੀਰੇ, ਮੇਰੇ ਕੋਲ ਕੁਝ ਨਹੀਂ ਹੈਗਾ ਹੁਣ। ਮੈਂ ਸੱਚੀ ਤੁਹਾਨੂੰ ਗੱਲ ਦੱਸ ਰਿਹਾ। ਕਿਸੇ ਟਾਈਮ ਮੈਂ ਥਾ 15-16 ਸਾਲ 20 ਸਾਲ ਸਰਪੰਚੀ ਦਾ ਹੀ ਮੌਕਾ ਮਿਲਿਆ। ਤੁਹਾਡੇ ਸਮਾਜ ਦੇ ਵਿੱਚ ਅੱਜ ਵੀ ਨਹੀਂ ਹੈ, ਸਮਾਜ 'ਚ ਨਹੀਂ ਘਟਿਆ। ਜਿਹੜਾ ਉਜੜ ਉਖੜਨ ਦਾ ਮਸਲਾ ਉਹ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਕਿ ਮੇਰੇ ਬੱਚੇ ਜਿਹੜੇ ਬਾਹਰ ਚਲੇ ਗਏ, ਮੈਂ ਹੁਣ ਅਸੀਂ ਮੀਆਂ ਬੀਬੀਆਂ ਘਰ ਦੇ ਵਿੱਚ। ਇਸ ਤੋਂ ਬੜਾ ਉਜਾੜਾ ਸਾਡੇ ਕੋਲ ਕੀ ਹੋਊਗਾ? ਇਸ ਤੋਂ ਬੜਾ ਆਪਣੇ ਕੋਲ ਘਟੀਆ ਸ਼ਬਦ ਕਿਆ ਹੋਊਗਾ? ਤਾਂ ਭਰਾਵੋ ਹਰ ਇੱਕ ਬੰਦੇ ਦੇ ਨਾਲ ਬੀਤਦੀ ਹੈ। ਮੈਂ ਸੰਨ 75 ਤੋਂ ਲੈ ਕੇ ਅੱਜ ਤੱਕ ਦਾ ਸਾਰਾ ਅੰਕੜਾ ਦੇਖਿਆ। ਆਪਾਂ ਘਟਦੇ ਹੀ ਚਲੇ ਗਏ, ਕਦੇ ਵਧੇ ਨਹੀਂ। ਹਰ ਇੱਕ ਚੀਜ਼ ਸਾਡੇ ਕੋਲ ਖੋਈ ਗਈ ਹੈ। ਹਰ ਇੱਕ ਸਾਡੇ ਕੋਲ ਜਿਹੜਾ ਆਪਣਾ ਕੋਈ ਸੁਪਨਾ ਉਹ ਖੋਇਆ ਗਿਆ, ਜਾਂ ਸਾਡੇ ਕੋਲ ਕੋਈ ਵਕਾਰ ਤਾਂ ਉਹ ਵੀ ਖੋਇਆ ਗਿਆ। ਲੁੱਟਿਆ ਕਿਨੇ? ਰਾਜਨੀਤੀ ਨੇ। ਇਹੀ ਰਾਜਨੀਤੀ ਹੈ ਭਰਾਵੋ। ਇੱਕ ਛੋਟੀ ਜਿਹੀ ਮੈਂ 2-4 ਵਾਰੀ ਪਹਿਲਾਂ ਵੀ ਬੇਨਤੀ ਕਰੀ ਹੈ, ਮੈਨੂੰ ਇੱਕ ਦੱਸੋ 500-600 ਐਮਪੀ ਸਾਡੇ ਪੰਜਾਬ 'ਚੋਂ ਦਿੱਲੀ ਦੇ ਵਿੱਚ ਬੈਠਿਆ ਜਾ ਕੇ, ਕਦੇ ਕਿਸੇ ਐਮਪੀ ਨੇ ਕਦੇ ਸਾਡੇ ਪੰਜਾਬ ਦਾ ਨਾਂ ਤੱਕ ਨਹੀਂ ਲਿਆ। ਨਾਂ ਤੱਕ 20 ਸਾਲ ਦੇ ਦਾਇਰੇ ਨਿਰੇ ਆਸ-ਪਾਸ ਚਲੀ ਗਈ ਮਹਾਰਾਣੀ ਪ੍ਰਨੀਤ ਕੌਰ। ਅੱਜ ਤੱਕ ਮੈਂ ਕਦੇ ਬੋਲਦੀ ਨਹੀਂ ਦੇਖੀ ਇਹ। ਅੱਜ ਤੱਕ ਬੜਾ ਦੁੱਖ ਆਉਂਦਾ ਇਸ ਗੱਲਾਂ ਦਾ। ਅਸੀਂ ਪਾਰਟੀ, ਚਾਹੇ ਬੰਦਾ ਉੱਠ ਕੇ ਅੰਮ੍ਰਿਤਸਰ ਤੇ ਆਇਆ, ਚਾਹੇ ਬੰਦਾ ਉੱਠ ਕੇ ਬੰਬੇ ਤੇ ਆਇਆ, ਸਾਡੇ ਕੋਲ ਖੜ ਗਿਆ ਕਿ ਜੀ ਇਹ ਫਲਾਣੀ ਪਾਰਟੀ ਦਾ, ਅਸੀਂ ਚੁੱਪਚਾਪ ਕਰਕੇ ਵੋਟਾਂ ਪਾਦੀਆਂ ਵੀ ਅਸੀਂ ਤਾਂ ਉਹ ਪਾਰਟੀ ਨੂੰ ਵੋਟਾਂ ਪਾ ਰਹੇ ਹਾਂ। ਸਵਾਲ ਸਾਨੂੰ ਮਾਰ ਲਿਆ ਇਸ ਪਾਰਟੀਆਂ ਨੇ, ਸਾਨੂੰ ਖਾ ਲਿਆ ਇਹਨਾਂ ਪਾਰਟੀਆਂ ਨੇ। ਇੱਕ ਗਰੀਬ ਬੰਦਾ ਉੱਠ ਕੇ, ਮੈਂ ਆਪਣੀ ਅੱਖਾਂ ਨਾਲ ਦੇਖਿਆ, ਇੱਕ ਗਰੀਬ ਬੰਦਾ ਉੱਠ ਕੇ ਰਾਜ ਮਿਸਤਰੀ ਦਾ ਕੰਮ ਕਰ ਰਿਹਾ ਸੀ। ਉਹਨੂੰ ਮੌਕਾ ਮਿਲ ਗਿਆ ਐਮਐਲਏ ਬਣਨ ਦਾ। ਅੱਜ ਉਹਦੇ ਕੋਲ 5-7 ਕੋਠੀਆਂ ਵੀ ਹੈ। ਅੱਜ ਘੱਟੋ ਘੱਟ ਵੀ ਹਜ਼ਾਰਾਂ ਕਰੋੜ ਦਾ ਮਾਲਕ ਹੈ ਉਹ। ਕੀ ਗੱਲ ਵੀ ਉਹ ਕਿਸ ਤਰ੍ਹਾਂ ਬਣ ਗਿਆ? ਕਦੇ ਕਿਸੇ ਨੇ ਪੁੱਛਿਆ? ਕਿਸੇ ਰਾਜਨੀਤੀ ਨੇ ਗੱਲ ਉਠਾਈ? ਕਾਲੀਆਂ ਦੇ ਤੰਗ ਆ ਜਨੇ, ਅਸੀਂ ਕਾਂਗਰਸਾਂ ਵੜ ਜੰਨੇ ਆ, ਕਾਂਗਰਸ ਤੰਗ ਆਏ ਕਾਲੀਆਂ ਵੜ ਜੰਨੇ ਆ। ਪਰ ਕਦੇ ਕਿਸੇ ਨੇ ਅੱਜ ਤੱਕ ਕਿਸੇ ਸਵਾਲ ਨਹੀਂ ਕਰਿਆ ਵੀ ਇਹ ਬੰਦਾ ਕਿਉਂ ਉਪ ਹੋਇਆ, ਇਹ ਕਿਉਂ ਇਹਨਾਂ ਕੋਲ ਚੌਧਰ ਆਈ, ਕਿਉਂ ਇਹਨਾਂ ਕੋਲ ਪੈਸਾ ਆਇਆ, ਕਿਉਂ ਇਹਨਾਂ ਕੋਲ ਇੰਨੀਆਂ ਜਾਇਦਾਦਾਂ ਆਈਆਂ। ਭਰਾਵੋ ਦੱਸੋ ਕਿਸ ਬੰਦੇ ਨੇ ਉਹ ਕਰਿਆ? ਜਿਹੜੀ ਚੰਗੀ ਰਾਜਨੀਤੀ ਜਿਸ ਬੰਦੇ ਦੇ ਹੱਲ ਹੋਈ। ਮੈਂ 15-20 ਸਾਲ ਟੌੜਾ ਸਾਹਿਬ ਦੇ ਨਾਲ ਰਿਹਾ, 5-6 ਸਾਲ ਕੈਪਟਨ ਕਮਲਜੀਤ ਦੇ ਨਾਲ ਰਿਹਾ। ਉਹ ਭਰਾਵੋ ਜਿਸ ਦੇ ਪੱਲੇ ਰਾਜਨੀਤੀ ਚੰਗੀ ਪਈ ਆ ਉਹ ਬੰਦਾ ਹੀ ਨਹੀਂ ਰਿਹਾ। ਅੰਕੜੇ ਲਾ ਕੇ ਦੇਖ ਲਓ, ਅੱਜ ਤੇ ਨਹੀਂ ਪਹਿਲਾਂ ਤੇ ਲੈ ਕੇ ਉਹ ਬੰਦਾ ਨਹੀਂ ਰਿਹਾ। ਸਿਰਫ ਰਿਹਾ ਜਿਹੜਾ ਕਿ ਅਹਿਲਕਾਰ ਅਰ ਸੁਪਨੇ ਸੇਦਾਰ, ਜਿਹੜਾ ਸੋਚਦਾ ਆਪਣੇ ਆਪ ਨੂੰ ਯੋਗ ਹੈ ਮੈਂ ਹੀ ਹੈ, ਉਹ ਰਿਹਾ। ਅੱਜ ਜਿਹੜਾ ਇਹ ਮੋਰਚਾ ਪੰਜਾਬ ਦੇ ਵਿੱਚ ਹਰ ਇੱਕ ਥਾਂ ਲੱਗਿਆ ਵਾ, ਇਹ ਮੋਰਚੇ ਦੇ ਵਿੱਚ ਮੈਨੂੰ ਥੋੜਾ ਜਿਹਾ ਸਹਿਯੋਗ ਦਿਖ ਰਿਹਾ ਕਿ ਥੋੜਾ ਜਿਹਾ ਸਹਿਯੋਗ ਮੈਨੂੰ ਸੰਤ ਭਿੰਡਰਾਂ ਵਾਲੇ 'ਚ ਵੀ ਦਿਖਿਆ ਸੀ। ਸੰਤ ਸੀ, ਬਿਲਕੁਲ ਅਸਲੀ ਸੰਤ ਸੀ ਉਹ। ਥੋੜਾ ਬਹੁਤਾ ਮੌਕਾ ਮੈਨੂੰ ਵੀ ਇਹਦੇ ਨਾਲ ਬੈਠਣ ਦਾ ਮਿਲਿਆ। ਕੋਈ ਸਵਾਲ ਨਹੀਂ ਮੈਂ ਕਰਿਆ ਉਸ ਬੰਦੇ ਨੂੰ। ਹਾਂ, ਇਹ ਕੋਸ਼ਿਸ਼ ਹੋ ਸਕੀ। ਅਸੀਂ ਇੱਕ ਗੱਲ, ਜਦ ਅਟੈਕ ਹੋਇਆ ਮੈਂ ਟੌੜਾ ਸਾਹਿਬ ਦੇ ਨਾਲ ਰਹਿੰਦਾ ਸੀ, ਸਾਨੂੰ ਮੌਕਾ ਮਿਲਿਆ ਵੀ ਕਿਸੇ ਤਰੀਕੇ ਨਾਲ ਇਹ ਅਟੈਕ ਟਾਲਿਆ ਜਾਵੇ। ਅਸੀਂ ਉਸ ਦੀ ਤਕਰੀਬਨ ਲਹਿਰ ਵੀ ਲਈ, ਮੀਟਿੰਗਾਂ ਵੀ ਹੋਈਆਂ। ਮੀਟਿੰਗਾਂ ਹੋਣ ਦੇ ਬਾਵਜੂਦ ਸਾਡਾ ਕੋਈ ਹੱਲ ਨਹੀਂ ਹੋਇਆ। ਅਖੀਰ ਮਾਂ ਇੰਦਰਾ ਜੀ ਨੇ ਇਹ ਗੱਲ ਕਹੀ, ਮੈਂ ਤੁਹਾਨੂੰ ਸਹੁੰ ਖਾ ਕੇ ਕਹਿ ਰਿਹਾ ਗੱਲ, ਮੈਨੂੰ ਪਤਾ ਉਸ ਚੀਜ਼ ਦਾ।
ਵੀ ਅਸੀਂ ਅਟੈਕ ਨਹੀਂ ਰੋਕ ਸਕਦੇ, ਸਾਡਾ ਸਾਰਾ ਪਲਾਨ ਬਣ ਗਿਆ, ਨਹੀਂ ਅਟੈਕ ਰੋਕ ਸਕਦੇ। ਫਿਰ ਉੱਥੋਂ ਸੰਤ ਜੀ ਨੇ ਉੱਠਣਾ ਨਹੀਂ ਮੰਨਿਆ, ਕਹਿੰਦਾ ਠੀਕ ਹੈ, ਜੇ ਮੇਰੀ ਕੁਰਬਾਨੀ ਦੇ ਵਿੱਚ ਲਿਖਿਆ ਵਾ ਜ਼ਰੂਰ ਹੋਊਗੀ। ਸਵਾਲ ਦੁੱਖ ਹੋਇਆ, ਅੱਜ ਤੱਕ ਸਵਾਇਆ ਦੁੱਖਾਂ ਤੇ ਵੀਰੋ ਮੇਰੇ ਪੱਲੇ ਕੁਛ ਨਹੀਂ ਪਿਆ। ਗਰੀਬ ਪਰਿਵਾਰ ਚੋਂ ਮੈਂ ਕੋਈ ਬਹੁਤਾ ਤਕੜਾ ਨਹੀਂ, ਬਹੁਤਾ ਜ਼ਿਆਦਾ ਮੇਰੇ ਕੋਲ ਕੁਛ ਨਹੀਂ ਹੈਗਾ, ਪਰ ਮੈਂ ਤੁਹਾਨੂੰ ਇਹ ਵੀ ਗੱਲ ਦੱਸਤੀ ਵੀ ਅਖੀਰ में आके मेरे बच्चे भी मेरे को नहीं रहे। मेरे को 2 लड़कियां, एक लड़का था एक्सीडेंट होकर मारा गया था, बहुत लायक बच्चा था, भलवान लाइन च जो कराली एक्सीडेंट होया 10-12 साल पहला, ਉਹਦੇ ਵਿੱਚ ਹਾਦਸੇ 'ਚ ਮਾਰਿਆ ਗਿਆ। ਉਹ ਭਰਾਵੋ ਮੇਰੇ ਕੋਲ ਕੁਝ ਵੀ ਨਹੀਂ ਰਿਹਾ। ਹੁਣ ਮੋਦੀ ਨੇ ਸ਼ਰਾਰਤ ਕਰੀ, ਸ਼ਰਾਰਤ ਇਹਨੂੰ ਮਹਿੰਗੀ ਲੱਗੀ ਪੈਣ। ਜਿਹੜਾ ਟਰੰਪ ਦਾ ਹਾਰਨਾ, ਮੋਦੀ ਦੇ ਕਾਰਨ ਹਾਰਨਾ, ਉੱਥੇ ਤੇ ਚੰਗੀ ਛਤਰੋੜ ਵੱਜੀ ਹੈ ਇਹਨੂੰ। ਯੂਪੀ ਮਾਤੇ ਦਾ ਉਹ ਹਾਲ ਹੋਊਗਾ ਜਿਹੜਾ ਨਹੀਂ ਹੋਣਾ, ਸੋਚਿਆ ਵੀ ਨਹੀਂ ਕਦੇ। ਹੋ ਸਕਦਾ ਖਾਤਾ ਵੀ ਨਾ ਖੁੱਲੇ ਬਿਹਾਰ ਚੋਂ, ਜਿਹੜਾ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਰਿਹਾ। ਸਵਾਲ ਇਹੀ ਪੰਜਾਬ ਦੇ ਵਿੱਚ ਸਥਿਤੀ ਆ ਸਾਡੀ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਕੋਈ ਇਸ ਨਾਂ ਦਾ ਬੰਦਾ ਵੀ ਨਾ ਟੱਕਰੇ। ਅਸੀਂ ਚਾਹੁੰਦੇ ਹਾਂ ਵੀ ਇਸ ਨਾਂ ਦਾ ਸਾਨੂੰ ਬੰਦਾ ਵੀ ਨਾ ਟੱਕਰੇ ਕੋਈ। ਕਿਉਂ? ਬੜੀ ਆਸ ਲਾਈ ਤੀ ਵੀ ਚਲੋ ਇੰਨੇ ਸਾਲਾਂ ਬਾਅਦ ਰਦਲ ਬਦਲ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਈ ਹੈ ਵੀ ਸਾਡੇ ਲੋਕਾਂ ਦਾ ਕੁਝ ਭਲਾ ਹੋ ਜਾਊਗਾ। ਅਸੀਂ ਆਪਣਾ ਭਲਾ ਇਕੱਲੇ ਨਹੀਂ ਚਾਹੁੰਦੇ, ਅਸੀਂ ਸਾਰਿਆਂ ਦਾ ਭਲਾ ਚਾਹੁੰਦੇ ਹਾਂ, ਸਾਰੇ ਸੰਸਾਰ ਦਾ ਭਲਾ ਚਾਹੁੰਦੇ ਹਾਂ। ਤੜਕੇ ਉੱਠ ਕੇ ਸੱਚੇ ਪਾਤਸ਼ਾਹ ਨਾਲ ਲੈਂਦੇ ਆ, ਫਿਰ ਵੀ ਸੰਸਾਰ ਦੀ ਖੈਰ ਮੰਗਦੇ ਆ। ਸੱਚੇ ਪਾਤਸ਼ਾਹ ਸੰਸਾਰ ਦੀ ਖੈਰ ਕਰੋ, ਸੱਚੇ ਪਾਤਸ਼ਾਹ ਸੰਸਾਰ ਪਰ ਮਿਹਰ ਕਰੋ। ਤਾਂ ਸਵਾਲ ਆਪਣੇ ਪਰ ਫਿਰ ਉੱਥੇ ਘੁੰਮ ਕੇ ਉਸ ਤਰ੍ਹਾਂ ਹੀ ਆ ਜਾਂਦਾ। ਉਸ ਨਾਲੋਂ ਵੀ ਮਾੜਾ ਹੋਇਆ। ਹੁਣ ਇਹ ਮਸਲਾ ਜੇ ਹੱਲ ਹੋ ਵੀ ਜਾਂਦਾ, ਮੈਂ ਤਾਂ ਇਹ ਆਪਣੇ ਵੀਰ ਨੂੰ, ਦੀਪ ਸਿੱਧੂ ਨੂੰ ਇੱਕ ਬਹੁਤ ਪਾਤਰ ਦੇ ਤੌਰ ਤੇ ਮੰਨਦਾ, ਵਧਾਈ ਦੇ ਤੌਰ ਤੇ ਮੰਨਦਾ, ਜਿਨ੍ਹਾਂ ਨੇ ਆ ਕੇ ਇੱਥੇ ਮੋਰਚਾ ਲਾਇਆ। ਅਸੀਂ ਪੰਜਾਬ ਨੂੰ ਆਜ਼ਾਦੀ ਦੇ ਸੁਪਨੇ ਦੇਖ ਰਹੇ ਹਾਂ ਹੁਣ ਇਸ ਟਾਈਮ ਵੀ ਕਿਸੇ ਵੀ ਤਰੀਕੇ ਨਾਲ ਜੇ ਕਿਤੇ ਪੰਜਾਬ ਆਜ਼ਾਦ ਹੋ ਜੇ, ਇਹ ਗੁਲਾਮੀ ਤੇ ਅਸੀਂ ਛੁਟਕਾਰਾ ਪਾ ਲਈਏ ਤਾਂ ਛੁਟਕਾਰਾ ਇਸੇ ਤਰੀਕੇ ਨਾਲ ਪੈ ਸਕਦਾ ਜੇ ਆਪਾਂ ਇਕੱਠੇ ਰਹੇ ਤਾਂ। ਕਿਸਾਨ ਮੋਰਚਾ ਇਕੱਠਾ ਰਿਹਾ ਤਾਂ। ਜੇ ਅਸੀਂ ਫੇਰ ਪਾਲੜਿਆਂ ਚੜ ਗਏ, ਇੱਕ ਪਾਲੜਾ ਉੱਧਰ ਹੋ ਜਾਣਾ, ਇੱਕ ਪਾਲੜਾ ਉੱਧਰ ਹੋ ਜਾਏ, ਤੀਆ ਆ ਜੂ ਕੋਈ ਵਿੱਚ ਵੜ ਜੂਗਾ, ਇਹਨਾਂ ਚੜ ਗਏ, ਸਾਡੇ ਕੋਈ ਸੁਣਵਾਈ ਨਹੀਂ ਹੋਣੀ। ਮੇਰੇ ਵੀਰੋ ਇਸ ਗੱਲ ਦਾ ਧਿਆਨ ਰੱਖੋ। ਮੇਰਾ ਆਪਣਾ ਸਰੀਰ ਹੁਣ ਕੰਮ ਕਰਨ ਲੱਗ ਗਿਆ। ਮੈਂ ਤਾਂ ਇਹਦੀ ਜਿਹੜੀ ਮੋਰਚੇ ਦੀ ਵੀ ਦੁਆ ਕਰਦਾ ਵੀ ਮੈਨੂੰ ਦਿਨੋਂ ਦਿਨ ਠੀਕ ਹੁੰਦਾ ਹੈ ਨਾ। ਮੇਰੀ ਦਵਾਈ ਜਿਹੜੀ ਆ ਬਿਲਕੁਲ ਇਸ ਟਾਈਮ ਬੰਦ ਹੋ ਗਈ। ਦਿਨੋਂ ਦਿਨ ਮੈਂ ਠੀਕ ਹੁੰਦਾ ਆ ਰਿਹਾ। ਅੱਜ ਤੁਹਾਡੇ ਸਾਹਮਣੇ ਖੜ ਕੇ ਬੋਲ ਰਿਹਾ। ਜਿਸ ਦਿਨ ਮੈਂ ਪਹਿਲੇ ਦਿਨ ਆਇਆ ਤਾਂ ਬੋਲ ਨਹੀਂ ਸਕਿਆ, ਤਾਂ ਸਿਰਫ ਦੇਖ ਕੇ ਮੁੜ ਗਿਆ। ਦੂਈ ਵਾਰੀ ਮੈਂ ਥੋੜਾ ਜਿਹਾ ਨਾਲ ਬੰਦਾ ਖੜਾ ਕੇ ਬੋਲਿਆ, ਥੋੜਾ ਜਿਹਾ ਬੋਲਿਆ। 30 ਵਾਰੀ ਆ ਕੇ ਮੈਨੂੰ ਸੋਹਣਾ ਬੋਲਣਾ ਮਿਲ ਗਿਆ। ਆ 5ਵੀਂ 6ਵੀਂ ਵਾਰੀ ਮੈਂ ਆਇਆ, ਕੱਲ ਵੀ ਆਇਆ, ਕੱਲ ਬੈਠ ਕੇ ਮੁੜ ਕੇ ਚਲਿਆ ਗਿਆ। ਕਿਉਂ? ਚਾਹੇ ਮੈਂ ਘਰ ਤੇ ਚੋਰੀ ਆਵਾਂ ਪਰ ਆ ਜਾਣਾ ਹੈ। ਮੇਰਾ ਮਨ ਨਹੀਂ ਲੱਗਦਾ ਘਰ, ਮੇਰਾ ਮਨ ਇਸ ਪਰਿਵਾਰਾਂ 'ਚ ਲੱਗਦਾ। ਮੈਂ ਚਾਹੁੰਦਾ ਵੀ ਸਾਡੇ ਕੋਲ ਸੁੱਖ ਆ ਜੇ। ਸੁੱਖ ਦੀ ਅਰਦਾਸ ਕਰ ਰਿਹਾ, ਸੁੱਖ ਦੀ ਕਾਮਨਾ ਕਰ ਰਿਹਾ ਵੀ ਸੱਚੇ ਪਾਤਸ਼ਾਹ ਸਾਡਾ ਮੁਲਕ ਜਿਹੜਾ ਪੰਜਾਬ ਆਜ਼ਾਦ ਹੋ ਜੇ। ਨਾ ਉਰੇ ਕੋਈ ਕਾਨੂੰਨ ਰਿਹਾ, ਨਾ ਕੋਈ ਰੇਖਾ ਰਹੀ ਹੈ, ਨਾ ਕੋਈ ਅੱਜ ਤੱਕ ਕੋਈ ਕਿਸੇ ਦੇ ਨਾਲ ਪੱਲੇ ਕੁਛ ਪੈਂਦਾ। ਹਮੇਸ਼ਾ ਮਾੜੇ ਦੇ ਨਾਲ ਮਾਰ ਹੁੰਦੀ ਹੈ, ਮਾਰ ਹੁੰਦੀ ਹੈ। ਜਿੰਨੀ ਮੁਲਾਜ਼ਮ ਤਬਕਾ ਇਹ ਵੀ ਤੰਗ ਹੈ। ਮੈਂ ਜਦ ਆਪਣੇ ਖਾੜਕੂਬਾਦ ਦੀ ਲਹਿਰ ਸੀ, ਉਸ ਸਮੇਂ ਮੈਂ ਬਹੁਤ ਅਫਸਰਾਂ ਨੂੰ ਰੋਂਦੇ ਦੇਖਿਆ, ਬਹੁਤ ਅਫਸਰਾਂ ਨੂੰ ਮੈਂ ਦੇਖਿਆ ਆਪਣੀ ਅੱਖਾਂ ਨਾਲ ਰੋਂਦੇ। ਵਾਕਾ ਹੋ ਜਾਣਾ, ਸਾਰਾ ਕੁਝ ਹੋ ਜਾਣਾ, ਉੱਪਰ ਤੇ ਹੁਕਮ ਆਉਣੇ ਵੀ ਆਹ ਐਂ ਹੋਣਾ ਚਾਹੀਦਾ। ਅਖੀਰ ਮੈਂ ਉਹਨਾਂ ਨੇ ਰੋਣਾ ਵੀ ਸਾਡੀ ਜਿਹੜੀ ਨੌਜਵਾਨੀ ਆ ਬਿਲਕੁਲ ਟਿਕਾਣੇ ਲੱਗਦੀ ਜਾ ਰਹੀ ਹੈ। ਉਸ ਤੋਂ ਅਸੀਂ ਫਿਰ ਥੋੜ੍ਹਾ ਜਿਹਾ ਛੁਟਕਾਰਾ ਪਿਆ, ਗੱਲ ਦਵੀ, ਫਿਰ ਅਸੀਂ ਨਸ਼ਿਆਵਾਂ ਤੌਰ ਤੇ। ਦੱਸੋ ਵੀ ਵਰਲਡ ਦੇ ਵਿੱਚ ਕਿਤੇ ਇੰਨਾ ਸੁਣਿਆ ਵੀ ਕਿਤੇ ਚਿੱਟਾ ਆਇਆ, ਕੋਈ ਸਮੈਕ ਆ, ਕੋਈ ਹੋਰ ਨਸ਼ਾ ਹੈ? ਸਾਡੇ ਪੰਜਾਬ ਵਿੱਚ ਤਾਂ ਕੀ ਖਲਾਉਣ ਬਣ ਗਿਆ, ਖੇਲ ਬਣ ਗਿਆ ਇਸ ਚੀਜ਼ ਦਾ। ਕਿਉਂ? ਆਪਾਂ ਕਿਉਂ ਨਹੀਂ ਛੁਟਕਾਰਾ ਪਾਉਂਦੇ? ਆਪਾਂ ਸਿਰਫ ਆਜ਼ਾਦੀ 'ਚ, ਗੁਲਾਮੀ 'ਚ ਹੈ। ਗੁਲਾਮੀ 'ਚ ਆਜ਼ਾਦੀ ਨਹੀਂ ਆਪਾਂ ਨੂੰ ਮਿਲੀ। ਜੇ ਆਜ਼ਾਦੀ ਮਿਲੇ ਤਾਂ ਆਪਣੇ ਕਾਨੂੰਨ ਵੀ ਕਾਇਮ ਰਹਿਣ, ਆਪਣੀ ਰੱਖਿਆ ਵੀ ਕਾਇਮ ਰਹੇ, ਤੇ ਆਪਣੇ ਕੋਲ ਆਜ਼ਾਦੀ ਦਾ ਸੁਪਨਾ ਤਦੇ ਪੂਰਾ ਹੋ ਸਕਦਾ ਜੇ ਆਪਾਂ ਸਾਰੀ ਚੀਜ਼ ਤੇ ਮੁਕਤ ਹੋ ਜਾਈਏ। ਕਿਸੇ ਨੂੰ ਰੋਟੀ ਤਾਂ ਪ੍ਰਮਾਤਮਾ ਸੱਚੇ ਪਾਤਸ਼ਾਹ 2 ਟਾਈਮ ਦੇ ਹੀ ਦਿੰਦਾ। ਰੋਟੀ ਹਰ ਇੱਕ ਨੂੰ ਮਿਲਦੀ ਹੈ। ਕੋਈ ਪੈਸੇ ਨਾਲ ਜ਼ਿਆਦਾ ਢਿੱਡ ਨਹੀਂ ਭਰਦਾ, ਜਾਂ ਪੈਸੇ ਨਾਲ ਕੋਈ ਜ਼ਿਆਦਾ ਬੜੀ ਸਰਦਾਰੀ ਨਹੀਂ ਬਣਦੀ।
ਪੈਸਾ ਕੋਈ ਚੀਜ਼ ਨਹੀਂ। ਜੇ ਅਹਿਮੀਅਤ ਹੈ ਤਾਂ ਆਪਣੇ ਪਰਿਵਾਰਾਂ ਦੀ ਹੈ, ਅਹਿਮੀਅਤ ਹੈ ਆਪਣੀ ਗਰੀਬੀ ਦੀ ਹੈ। ਆਪਾਂ ਸਾਰੇ ਰਲ ਕੇ ਇਸ ਮਕਸਦ ਨੂੰ ਚਲੋ, ਇੱਕ ਦੇ ਦੂਜੇ ਨੂੰ, ਦੂਜੇ ਦੇ ਤੀਜੇ ਨੂੰ, ਤੀਜੇ ਚੌਥੇ ਨੂੰ। ਮੇਰਾ ਆਪਣਾ ਸੁਪਨਾ ਹੈ ਵੀ ਮੈਂ ਆਪਣੇ ਹਲਕੇ ਦੇ ਵਿੱਚ ਹੁਣ ਸਾਰੇ ਪਿੰਡ ਪਿੰਡ ਫਿਰੂੰਗਾ, ਘਰ ਘਰ ਫਿਰੂੰਗਾ, ਲੋਕਾਂ ਨੂੰ ਇਹੀ ਕਹਿਣਾ ਵੀ ਮਸਾਂ ਆਪਾਂ ਨੂੰ ਮੌਕਾ ਮਿਲਿਆ, ਉਹ ਮੇਰੇ ਭਰਾਵੋ, ਉਹ ਮੇਰੇ ਵੀਰੋ, ਆਪਾਂ ਇਕੱਠੇ ਹੋ ਕੇ ਹਮਲਾ ਮਾਰੀਏ ਪੰਜਾਬ ਦੀ ਆਜ਼ਾਦੀ ਵਾਸਤੇ। ਮੇਰੀ ਇੰਨੀ ਕੁ ਬੇਨਤੀ ਹੈ, ਮੈਂ ਤੁਹਾਨੂੰ ਵੀ ਸਭ ਨੂੰ ਇਹੀ ਬੇਨਤੀ ਕਰਦਾ, ਸਾਰੇ ਸੁਪਨਾ ਲਓ ਇਸ ਗੱਲ ਦਾ ਵੀ ਆਪਾਂ ਇੱਕ ਦੇ ਦੂਜਾ, ਦੂਜੇ ਤੀਜਾ, ਤੀਜੇ ਚੌਥਾ, ਇਸ ਤਰ੍ਹਾਂ ਹੀ ਇੱਕ ਇੱਕ ਕਰਕੇ ਸੈਂਕੜੇ ਹੋ ਜਾਏंगे। ਆਪਾਂ ਸੈਂਕੜੇ ਇਕੱਠੇ ਹੋ ਕੇ ਤਾਂ ਹੀ ਬਚਾਅ ਹੋ ਸਕਦਾ। ਆਪਾਂ ਇਹ ਪਾਲਿਟਿਕਸਾਂ ਤੇ ਬਚੀਏ, ਪੋਲਿਟਿਕਸ ਨੂੰ ਸਵਾਏ ਮਾਰਨ ਤੇ ਆਪਣੇ ਕੋਲ ਪੱਲੇ ਕੁਛ ਨਹੀਂ ਪਿਆ। ਇੰਨਾ ਹੀ ਛਿਮਾ ਕਹਿਣਾ, ਛਿਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।